ਸਤਿ ਸ਼੍ਰੀ ਅਕਾਲ ਦੋਸਤੋ। ਹੈਪੀ ਨਿਊ ਈਅਰ ਟੂ ਆਲ ਆਫ ਯੂ। ਪ੍ਰਮਾਤਮਾ ਕਰੇ ਇਹ ਸਾਲ 2021 ਤੁਹਾਡੇ ਵਾਸਤੇ ਬਹੁਤ ਹੀ ਫਾਇਦੇਮੰਦ ਤੇ ਲਾਭਦਾਇਕ ਹੋਵੇ। ਤੁਹਾਨੂੰ ਸਭ ਨੂੰ ਅੱਛੀਆਂ ਗਵਰਨਮੈਂਟ ਜੌਬਸ ਮਿਲਣ ਜਿਹਦੀ ਤੁਸੀਂ ਤਿਆਰੀ ਕਰ ਰਹੇ ਹੋ। ਤਾਂ ਸ਼ੁਰੂ ਕਰੀਏ ਸਾਡਾ ਅੱਜ ਦਾ ਕਰੰਟ ਅਫੇਅਰ ਦਾ ਇਹ ਸੈਸ਼ਨ। ਉਹ ਤੋਂ ਪਹਿਲਾਂ ਮੈਂ ਤੁਹਾਨੂੰ ਛੋਟੀ ਜਿਹੀ ਇੱਕ ਜਾਣਕਾਰੀ ਦੇ ਦਿਆਂ। ਇਹ ਜਿਹੜੇ ਕੁਐਸਚਨਸ ਡਿਜ਼ਾਈਨ ਕੀਤੇ ਗਏ ਆ ਸਪੈਸ਼ਲੀ ਨਾਇਬ ਤਹਿਸੀਲਦਾਰ ਜਾਂ PPSC ਨੂੰ ਧਿਆਨ 'ਚ ਰੱਖ ਕੇ ਕੀਤੇ ਗਏ ਆ। ਬਟ ਜਿਹੜੇ ਪੰਜਾਬ ਦੇ ਹੋਰ ਵੀ ਆਉਣ ਵਾਲੇ ਪੇਪਰ ਹੈ ਜਿਵੇਂ ਕਿ ਪਟਵਾਰੀ ਆਦਿ, ਉਹਨਾਂ ਦੇ ਵਿੱਚ ਵੀ ਇਹ ਬਹੁਤ ਫਾਇਦੇਮੰਦ ਹੋਣ ਵਾਲੇ ਆ। ਤਾਂ ਜਿਹੜੇ ਬੱਚੇ ਉਹਨਾਂ ਦੀ ਤਿਆਰੀ ਕਰਦੇ ਆ ਉਹਦੇ ਹਿਸਾਬ ਨਾਲ ਵੀ ਇਹਦੇ ਵਿੱਚ ਕੁਐਸਚਨਸ ਪਾਏ ਜਾਂਦੇ ਆ। ਪੰਜਾਬ ਦੀ ਸਟੈਟਿਕ ਜੀਕੇ ਦੇ ਕੁਝ ਕੁਐਸਚਨਸ ਇਹਦੇ ਵਿੱਚ ਆਉਣਗੇ ਜਿਹੜੇ ਕਿ ਹਮੇਸ਼ਾ ਪੰਜਾਬ ਦੇ ਕਿਸੇ ਵੀ ਪੇਪਰ ਦੇ ਵਿੱਚ ਆ ਸਕਦੇ ਆ। ਥੋੜ੍ਹਾ ਜਿਹਾ ਲੈਵਲ ਜ਼ਿਆਦਾ ਹੋਊ, ਐਕਸਪਲੇਨੇਸ਼ਨ ਜ਼ਿਆਦਾ ਹੋਊਗੀ, ਪਰ ਉਹ ਐਟ ਲਾਸਟ ਤੁਹਾਡੇ ਵਾਸਤੇ ਬੈਨੀਫਿਸ਼ਰੀ ਹੋਣਾ ਹੈ। ਤਾਂ ਸਟਾਰਟ ਕਰਦੇ ਹਾਂ ਸਾਡਾ ਅੱਜ ਦਾ ਇਹ ਜੋ ਲਾਈਵ ਸੈਸ਼ਨ ਹੈ ਜੀਕੇ ਦਾ 1 ਜਨਵਰੀ 2021 ਦਾ। ਪਹਿਲਾ ਕੁਐਸਚਨ ਹੈ ਜੀ, ਇੰਡੀਅਨ ਆਇਲ ਲਾਂਚਸ ਨਿਊ ਫਿਊਲ ਨੇਮਡ XP100। ਵਾਟ ਇਜ਼ 100 ਇਨ ਦਾ ਨੇਮ ਆਫ XP? ਜਿਹੜਾ ਇੰਡੀਅਨ ਆਇਲ ਕੰਪਨੀ ਹੈ ਇਹਨੇ ਇੱਕ ਨਵਾਂ ਫਿਊਲ ਲਾਂਚ ਕੀਤਾ XP100। ਤਾਂ ਉਹਦੇ ਵਿੱਚ ਜਿਹੜਾ 100 ਹੈ ਲਿਖਿਆ ਹੋਇਆ ਉਹ ਕੀ ਮਾਇਨੇ ਰੱਖਦਾ ਹੈ, ਉਹ ਕਿਉਂ ਲਿਖਿਆ ਗਿਆ? ਸਾਡੇ ਕੋਲ ਆਪਸ਼ਨ ਹੈ 100 ਰੁਪੀਜ਼ ਪਰ ਲੀਟਰ ਹੈਗਾ ਇਹ ਜਿਹੜਾ ਆਇਲ ਹੈ। ਬੇਸਿਕਲੀ ਇਹ ਪੈਟਰੋਲ ਦੀ ਇੱਕ ਟਾਈਪ ਹੈ ਜਿਹੜੀ ਨਵੀਂ ਲਾਂਚ ਕੀਤੀ ਹੈ। ਸੈਕਿੰਡ ਆਪਸ਼ਨ ਹੈ ਜਿਹੜੀ ਇਹ 100 ਆਕਟੇਨ ਪੈਟਰੋਲ ਹੈ। ਰਾਈਟ ਆਨਸਰ ਹੈ ਇਹਦਾ 100 ਆਕਟੇਨ ਪੈਟਰੋਲ। ਜਿਹੜਾ ਆਪਣਾ ਨਾਰਮਲ ਪੈਟਰੋਲ ਆਪਾਂ ਯੂਜ਼ ਕਰਦੇ ਹਾਂ ਉਹਦੇ ਵਾਸਤੇ ਵੀ ਗਵਰਨਮੈਂਟ ਆਫ ਇੰਡੀਆ ਵੱਲੋਂ ਇੱਕ ਲਿਮਿਟ ਲਾਈ ਗਈ ਹੈ ਵੀ 91 ਆਕਟੇਨ ਮਿਨੀਮਮ ਉਹਦੇ ਵਿੱਚ ਹੋਣਾ ਚਾਹੀਦਾ ਹੈ। ਅਤੇ ਦੂਜਾ ਇਹ ਜਿਹੜਾ 100 ਆਕਟੇਨ ਹੈ ਇਹ ਹਾਈ ਐਂਡ ਜੋ ਲਗਜ਼ਰੀ ਕਾਰਸ ਹੁੰਦੀਆਂ ਜਾਂ ਬਾਈਕਸ ਹੁੰਦੀਆਂ ਉਹਨਾਂ ਦੇ ਵਿੱਚ ਯੂਜ਼ ਹੋਣ ਵਾਸਤੇ ਸਪੈਸ਼ਲੀ ਡਿਜ਼ਾਈਨ ਕੀਤਾ ਗਿਆ। ਜਿਹੜੀ ਇਹਦੇ ਵਿੱਚ ਟੈਕਨੋਲੋਜੀ ਯੂਜ਼ ਕੀਤੀ ਗਈ ਹੈ ਉਹ ਇੰਡੀਆ ਦੇ ਵਿੱਚ ਹੀ ਡਿਵੈਲਪ ਹੋਈ ਹੈ ਅਤੇ ਇਹ ਲਾਂਚ ਹੋਇਆ ਸੀ 1 ਦਸੰਬਰ 2020 ਨੂੰ। ਇੰਡੀਆ ਦੇ ਕਈ ਵੱਡੇ ਸ਼ਹਿਰਾਂ ਦੇ ਵਿੱਚ ਇਹ 1 ਜਨਵਰੀ ਜਾਣੀ ਕਿ ਅੱਜ ਤੋਂ ਅਵੇਲੇਬਲ ਹੋ ਗਿਆ ਬਾਜ਼ਾਰ ਦੇ ਵਿੱਚ। ਨੈਕਸਟ ਕੁਐਸਚਨ ਹੈ, PM ਨਰਿੰਦਰ ਮੋਦੀ ਨੇ ਇੱਕ ਨੂੰ ਅੱਜ ਰੱਖਿਆ ਜਾਣਾ ਹੈ। ਤਾਂ ਇਹਦਾ ਆਨਸਰ ਹੈ ਜੀ ਰਾਈਟ 6 ਸਟੇਟਸ ਦੇ ਵਿੱਚ। ਸਟੇਟਸ ਕਿਹੜੀਆਂ ਨੇ? ਉੱਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਤਾਮਿਲਨਾਡੂ, ਝਾਰਖੰਡ ਐਂਡ ਤ੍ਰਿਪੁਰਾ। ਇਸ ਪ੍ਰੋਜੈਕਟ ਦੇ ਵਿੱਚ ਜਿਹੜੀਆਂ ਨਵੀਆਂ ਟੈਕਨੋਲੋਜੀਜ਼ ਹੈ ਜਾਂ ਨਵੇਂ ਮਕਾਨ ਬਣਾਉਣ ਦੇ ਜਾਂ ਕੰਸਟਰਕਸ਼ਨ ਕਰਨ ਦੇ ਤਰੀਕੇ ਹੈ ਉਹ ਸ਼ੋਕੇਸ ਕੀਤੇ ਜਾਣੇ ਆ ਅਤੇ ਨਵੇਂ ਜਿਹੜੇ ਪ੍ਰੋਸੈਸਿਸ ਹੈ ਜਿਹੜੇ ਆਮ ਜਿਹੜੀ ਪੁਰਾਣੀ ਤਕਨੀਕ ਹੈ ਉਹਦੇ ਨਾਲੋਂ ਫਾਸਟ ਅਤੇ ਸਟਰੋਂਗ ਹੋਣਗੇ। ਨੈਕਸਟ ਕੁਐਸਚਨ ਹੈ ਜੀ, DGNCC ਡਿਜੀਟਲ ਫੋਰਮ ਹੈਜ਼ ਬੀਨ ਲਾਂਚਡ ਬਾਏ ਡਿਫੈਂਸ ਸੈਕਟਰੀ। ਸਾਡੇ ਡਿਫੈਂਸ ਸੈਕਟਰੀ ਦੁਆਰਾ ਅੱਜ NCC ਦਾ ਜਿਹੜਾ ਇੱਕ ਡਿਜੀਟਲ ਫੋਰਮ ਲਾਂਚ ਕੀਤਾ ਗਿਆ। ਤਾਂ ਸਾਡੇ ਡਿਫੈਂਸ ਸੈਕਟਰੀ ਦਾ ਨਾਮ ਕੀ ਹੈ? ਆਪਸ਼ਨਸ ਹੈ ਅਜੀਤ ਡੋਵਾਲ, ਲੈਫਟੀਨੈਂਟ ਜਨਰਲ ਰਾਜਵੀਰ ਚੋਪੜਾ, ਵਿਪਿਨ ਰਾਵਤ ਜਾਂ ਅਜੇ ਕੁਮਾਰ। ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਉਹ ਹੈ ਅਜੇ ਕੁਮਾਰ। NCC ਦੇ ਹੈੱਡਕੁਆਰਟਰਸ ਨੇ ਜਿਹੜੇ ਨਵੀਂ ਦਿੱਲੀ ਹੈ। ਇਹਨਾਂ ਦਾ ਮੋਟੋ ਹੈਗਾ ਯੂਨਿਟੀ ਐਂਡ ਡਿਸਿਪਲਿਨ। ਇਹਦੇ DG ਡਾਇਰੈਕਟਰ ਜਨਰਲ ਹੈਗੇ ਨੇ ਲੈਫਟੀਨੈਂਟ ਜਨਰਲ ਰਾਜੀਵ ਚੋਪੜਾ ਅਤੇ ਅਜੀਤ ਡੋਵਾਲ ਸਾਡੇ NSA ਨੇ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ। ਵਿਪਿਨ ਰਾਵਤ ਨੇ ਸਾਡੇ, ਇਹ ਤੁਸੀਂ ਕਮੈਂਟ ਦੇ ਵਿੱਚ ਦੱਸਣਾ ਹੈ ਉਹ ਵਿਪਿਨ ਰਾਵਤ ਆਪਣੀ ਆਰਮੀ ਨਾਲ ਕਿਸ ਤਰ੍ਹਾਂ ਰਿਲੇਟਡ ਨੇ। ਇੱਕ ਮੈਂ ਤੁਹਾਨੂੰ ਥੋੜ੍ਹਾ ਜਿਹਾ ਇਹਨਾਂ ਬਾਰੇ ਦੱਸ ਦਿਆਂ ਵੀ ਪਹਿਲਾਂ ਸਾਡੇ ਆਰਮੀ ਦੇ ਚੀਫ ਰਹੇ ਨੇ ਇਹ। ਹੁਣ ਇਹਨਾਂ ਨੂੰ ਇੱਕ ਸਪੈਸ਼ਲ ਰੈਂਕ ਕ੍ਰੀਏਟ ਕੀਤਾ ਗਿਆ ਇਸੇ ਵਾਰ। ਇੰਡੀਅਨ ਜੋ ਤਿੰਨੋਂ ਆਰਮੀਜ਼ ਹੈ ਉਹਨਾਂ ਦੇ ਵਿੱਚ ਇੱਕ ਜਿਹੜੀ ਸਭ ਤੋਂ ਟੌਪ ਦੀ ਪੋਸਟ ਹੁੰਦੀ ਹੈ, ਟੌਪ ਦਾ ਰੈਂਕ ਹੈਗਾ। ਤਾਂ ਇਹ ਇਸ ਰੈਂਕ ਦਾ ਨਾਂ ਕੀ ਹੈ? ਨੈਕਸਟ ਕੁਐਸਚਨ ਹੈ ਕਿ 100 BFSI ਬੈਂਕਿੰਗ ਫਾਈਨੈਂਸ਼ੀਅਲ ਸਰਵਿਸਿਜ਼ ਐਂਡ ਇੰਸ਼ੋਰੈਂਸ ਇਹਨਾਂ ਦੀ ਇੱਕ 100 ਦੀ ਲਿਸਟ ਆਈ ਸੀ। ਉਹਦੇ ਵਿੱਚ ਸਭ ਤੋਂ ਉੱਪਰ ਕਿਹੜਾ ਫਾਈਨੈਂਸ਼ੀਅਲ ਇੰਸਟੀਟਿਊਟ ਰਿਹਾ ਜਾਂ ਕਿਹੜਾ ਬੈਂਕ ਕਹਿ ਲਓ ਰਿਹਾ? ਤਾਂ ਇਹਦਾ ਰਾਈਟ ਆਨਸਰ ਹੈ ਜੀ HDFC ਬੈਂਕ। HDFC ਬੈਂਕ ਦੇ CEO ਕੌਣ ਨੇ? ਇਹਨਾਂ ਦਾ ਨਾਮ ਹੈ ਸ਼ਸ਼ੀਧਰਨ ਜਗਦੀਸ਼ਨ। ਹੈੱਡਕੁਆਟਰ ਹੈ ਮੁੰਬਈ ਦੇ ਵਿੱਚ। ਨੈਕਸਟ ਕੁਐਸਚਨ ਹੈ, DRDO ਵੱਲੋਂ ਸਾਇੰਟਿਸਟ ਆਫ ਦਾ ਈਅਰ ਅਵਾਰਡ ਦਿੱਤਾ ਗਿਆ। ਤਾਂ ਇਹ ਕਿਹੜੇ ਸਾਇੰਟਿਸਟ ਨੂੰ ਦਿੱਤਾ ਗਿਆ? ਇਹ ਦਿੱਤਾ ਗਿਆ ਡਾਕਟਰ ਹੇਮੰਤ ਕੁਮਾਰ ਪਾਂਡੇ ਨੂੰ। ਇਹਨਾਂ ਦੀ ਜਿਹੜੀ ਇੱਕ ਵੱਡੀ ਕਹਿ ਲਓ ਕੰਟਰੀਬਿਊਸ਼ਨ ਹੈ ਉਹ ਹਰਬਲ ਮੈਡੀਸਿਨਸ ਤਿਆਰ ਕੀਤੀਆਂ ਨੇ ਇਹਨਾਂ ਨੇ। 6 ਹਰਬਲ ਮੈਡੀਸਨ ਦਾ ਜਿਹੜੀਆਂ ਇਹਨਾਂ ਦੀਆਂ ਬਹੁਤ ਹੀ ਫਾਇਦੇਮੰਦ ਮੰਨੀਆਂ ਜਾਂਦੀਆਂ ਮਾਰਕੀਟ ਦੇ ਵਿੱਚ, ਆਮ ਤੌਰ 'ਤੇ ਆਪਾਂ ਯੂਜ਼ ਕਰਦੇ ਹਾਂ।
ਜਿਹੜੀ ਲੂਕੋਸਕਿਨ, ਇਹ ਡਰਗ ਵਾਸਤੇ, ਇਸ ਦਵਾਈ ਵਾਸਤੇ ਇਹਨਾਂ ਨੂੰ ਜਿਹੜਾ DRDO ਵੱਲੋਂ ਇਸ ਸਾਇੰਟਿਸਟ ਆਫ ਦਾ ਈਅਰ ਅਵਾਰਡ ਦਿੱਤਾ ਗਿਆ। ਇਹ ਕਿਹੜੀ ਬਿਮਾਰੀ ਦਾ ਇਲਾਜ ਕਰਦੀ ਹੈ? ਜਿਹੜੀ ਫੁਲਬੈਰੀ ਹੁੰਦੀ ਹੈ ਆਪਣੇ, ਲਿਊਕੋਡਰਮਾ ਆਪਣੇ ਆਮ ਤੌਰ 'ਤੇ ਦੇਖੀ ਜਾਂਦੀ ਹੈ, ਤਾਂ ਉਹਦੇ ਇਲਾਜ ਵਾਸਤੇ ਇਹ ਜਿਹੜੀ ਲਿਊਕੋਸਕਿਨ ਦਵਾਈ ਹੈ ਇਹ ਯੂਜ਼ ਕੀਤੀ ਜਾਂਦੀ ਹੈ। ਨੈਕਸਟ ਸਾਡਾ ਕੁਐਸਚਨ ਹੈ, ਕਿਸ ਸਟੇਟ ਨੇ ਜਿਹੜੇ ਸੈਂਟਰ ਦੇ ਐਗਰੀਕਲਚਰ ਲਾਜ਼ ਸੀਗੇ 3, ਉਹਨਾਂ ਦੇ ਅਗੇਂਸਟ 31 ਦਸੰਬਰ 2020 ਨੂੰ ਰੈਜ਼ੋਲੂਸ਼ਨ ਪਾਸ ਕੀਤਾ ਹੈ? ਤਾਂ ਉਹ ਸਟੇਟ ਦਾ ਨਾਮ ਹੈ ਜੀ ਕੇਰਲ। ਨੈਕਸਟ ਕੁਐਸਚਨ ਹੈ ਸਾਡਾ, ਲੂਇਸ ਹੈਮਿਲਟਨ ਅਵਾਰਡਡ ਨਾਈਟਹੁੱਡ ਇਨ UK ਦੇ ਵਿੱਚ ਲੂਇਸ ਹੈਮਿਲਟਨ ਨੂੰ ਨਾਈਟਹੁੱਡ ਨਾਲ ਸਨਮਾਨਿਆ ਗਿਆ। ਤਾਂ ਲੂਇਸ ਹੈਮਿਲਟਨ ਕੌਣ ਨੇ? ਉਹ ਇੱਕ ਆਰਮੀ, ਸਾਡੇ ਕੋਲ ਆਪਸ਼ਨ ਹੈ ਕਿ ਉਹ ਇੱਕ ਆਰਮੀ ਆਫਿਸਰ ਨੇ, ਲਾਇਰ ਨੇ, ਫਾਰਮੂਲਾ 1 ਡਰਾਈਵਰ ਨੇ ਜਾਂ ਸਵਿਮਰ ਨੇ। तो राइट आंसर इज फार्मूला 1 ड्राइवर। ये 7 टाइम फार्मूला 1 चैंपीयन ने। ਜਿਹੜੇ ਹੈਮਿਲਟਨ ਨੇ ਇਹਨਾਂ ਨੇ ਮਾਈਕਲ ਸ਼ੂਮਾਕਰ ਦਾ ਵੀ ਆਪਦੇ ਲਾਈਫ ਟਾਈਮ ਦੇ ਵਿੱਚ 91 ਵਿਨਸ ਦਾ ਰਿਕਾਰਡ ਹੈ ਜਿਹੜਾ ਉਹ ਤੋੜਤਾ ਸੀ। ਅਤੇ ਹੁਣ ਇਹਨਾਂ ਦੇ ਜਿਹੜੇ ਕੋਲੇ 95 ਜਿਹੜੀਆਂ ਵਿਨਸ ਹੈ ਉਹ ਇਹਨਾਂ ਦੇ ਨਾਮ ਨੇ। 95 ਰੈਲੀਆਂ ਜਿਹੜੀਆਂ ਫਾਰਮੂਲਾ 1 ਚੈਂਪੀਅਨਸ਼ਿਪਸ ਹੁੰਦੀਆਂ ਉਹ ਇਹਨਾਂ ਨੇ ਜਿੱਤੀਆਂ ਨੇ। ਨਾਈਟਹੁੱਡ ਦੀ ਗੱਲ ਕਰਦੇ ਹਾਂ ਤਾਂ ਨਾਈਟਹੁੱਡ ਇੱਕ ਅਵਾਰਡ ਹੈ ਜਿਹੜਾ ਜੁੜਿਆ ਹੋਇਆ ਹੈ UK ਦੇ ਇਤਿਹਾਸ ਨਾਲ ਬਹੁਤ ਪੁਰਾਣਾ। ਨਾਈਟਹੁੱਡ ਦੇ ਵਿੱਚ ਕੀ ਹੁੰਦਾ ਕਿ ਜੋ ਉੱਥੋਂ ਦੀ ਰਾਣੀ ਹੁੰਦੀ ਹੈ ਉਹ ਕਿਸੇ ਮੇਲ ਪਰਸਨ ਨੂੰ ਨਾਈਟ ਜਦੋਂ ਬਣਾਉਂਦੇ ਆ ਨਾਈਟਹੁੱਡ ਪ੍ਰੋਵਾਈਡ ਕੀਤੀ ਜਾਂਦੀ ਹੈ ਤਾਂ ਉਹਦੇ ਸਿਰ 'ਤੇ ਤਲਵਾਰ ਰੱਖੀ ਜਾਂਦੀ ਹੈ। ਜਿਹੜੀ ਫੀਮੇਲਸ ਹੁੰਦੀਆਂ ਉਹਨਾਂ ਦੇ ਵਿੱਚ ਇਹ ਡੇਮਹੁੱਡ ਵਰਡ ਵਰਤਿਆ ਜਾਂਦਾ ਹੈ। ਤਾਂ ਇਹ ਜਿਹਨੂੰ ਵੀ ਨਾਈਟਹੁੱਡ ਜਾਂ ਡੇਮਹੁੱਡ ਮਿਲਦੀ ਹੈ ਤਾਂ ਉਹਦੇ ਸਿਰ 'ਤੇ ਰਾਣੀ ਤਲਵਾਰ ਰੱਖ ਕੇ ਉਹਨੂੰ ਸਨਮਾਨ ਦਿੰਦੀ ਹੈ। ਅਤੇ ਇਹਦੇ ਵਿੱਚ ਇੱਕ ਹੋਰ ਹਿਸਟਰੀ ਹੈ, ਚਲੋ ਇਹ ਜ਼ਿਆਦਾ ਲੰਬਾ ਹੋ ਜਾਣਾ ਜੇ ਮੈਂ ਹੋਰ ਡਿਟੇਲ 'ਚ ਦੱਸਣ ਲੱਗ ਗਿਆ। ਜ਼ਿਆਦਾ ਪੜ੍ਹਨਾ ਤੁਸੀਂ ਇਹਦੇ ਵਾਸਤੇ ਤਾਂ ਤੁਸੀਂ ਕਰੂਸੇਡਸ ਬਾਰੇ ਪੜ੍ਹ ਸਕਦੇ ਹੋ। ਨੈਕਸਟ ਕੁਐਸਚਨ ਹੈ ਜਿਹੜਾ ਰਾਫੇਲ ਫਾਈਟਰ ਜੈਟਸ ਦਾ ਇੰਡੀਆ ਅਤੇ ਫਰਾਂਸ ਦਾ ਦੋਨਾਂ ਦੇ ਵਿਚਾਲੇ ਇੱਕ ਵਾਰ ਗੇਮ ਹੈ ਜਿਹੜੀ ਐਕਸਰਸਾਈਜ਼ ਉਹ ਹੋਣੀ ਹੈ ਤਾਂ ਉਹਦਾ ਨਾਮ ਕੀ ਹੈ? ਉਹਦਾ ਨਾਮ ਹੈ ਜੀ ਸਕਾਈਰੋਸ। ਅਤੇ ਇਹ ਜੋ ਐਕਸਰਸਾਈਜ਼ ਹੋਣੀ ਹੈ ਜੋਧਪੁਰ ਦੇ ਵਿੱਚ ਹੋਣੀ ਹੈ 3rd ਵੀਕ ਆਫ ਜਨਵਰੀ 2021। ਜਿਹੜਾ ਆਖਰੀ ਰਾਫੇਲ ਹੈ ਉਹ ਉਮੀਦ ਹੈ ਕਿ 2022 ਦੇ ਐਂਡ ਤੱਕ ਇੰਡੀਆ ਨੂੰ ਡਿਲੀਵਰ ਹੋ ਜਾਏਗਾ। ਨੈਕਸਟ ਕੁਐਸਚਨ ਹੈ, PM ਮੋਦੀ ਲੇਜ਼ ਫਾਊਂਡੇਸ਼ਨ ਸਟੋਨ ਆਫ ਏਮਸ ਐਟ ਵਿਚ ਸਿਟੀ ਆਫ ਗੁਜਰਾਤ। ਪ੍ਰਧਾਨ ਮੰਤਰੀ ਮੋਦੀ ਨੇ ਜਿਹੜਾ ਨੀਂਹ ਪੱਥਰ ਰੱਖਿਆ ਏਮਸ ਦਾ, ਇਹ ਵਰਚੁਅਲੀ ਰੱਖਿਆ ਗਿਆ ਵੀਡੀਓ ਕਾਨਫਰੰਸਿੰਗ ਦੇ ਥਰੂ। ਇਹਨਾਂ ਨੇ ਇਹ ਫਾਊਂਡੇਸ਼ਨ ਸਟੋਨ ਰੱਖਿਆ ਗੁਜਰਾਤ ਦੇ ਵਿੱਚ। ਤਾਂ ਤੁਸੀਂ ਦੱਸਣਾ ਵੀ ਕਿਹੜੇ ਸ਼ਹਿਰ ਦੇ ਵਿੱਚ। ਆਪਸ਼ਨ ਹੈ ਗਾਂਧੀ ਨਗਰ, ਰਾਜਕੋਟ, ਕੱਛ ਜਾਂ ਅਹਿਮਦਾਬਾਦ। ਐਂਡ ਦਾ ਰਾਈਟ ਆਂਸਰ ਇਜ਼ ਰਾਜਕੋਟ। ਇਹਦੀ ਜਿਹੜੀ ਐਸਟੀਮੇਟ ਕਾਸਟ ਹੈ ਉਹ ਉਮੀਦ ਹੈ 1195 ਕਰੋੜ ਰੁਪੀਜ਼। ਨੈਕਸਟ, ਹੂ ਬਿਕਮ ਦਾ ਫਸਟ ਵੀਮਨ ਫਾਈਟਰ ਪਾਇਲਟ ਟੂ ਫਲਾਈ ਰਾਫੇਲ। ਰਾਫੇਲ ਉਡਾਉਣ ਵਾਲੀ ਪਹਿਲੀ ਵੀਮਨ ਫਾਈਟਰ ਜਿਹੜੀ ਹੈਗੀ ਹੈ ਪਾਇਲਟ, ਉਹ ਕਿਹੜੀ ਲੇਡੀ ਇਹਨਾਂ ਦੇ ਵਿੱਚੋਂ ਬਣੀ ਹੈ? ਤਾਂ ਸਾਡੇ ਕੋਲ ਆਪਸ਼ਨ ਨੇ ਭਾਵਨਾ ਕਾਂਤ, ਅਵਨੀ ਚਤੁਰਵੇਦੀ, ਸ਼ਿਵਾਂਗੀ ਸਿੰਘ ਜਾਂ ਇਹਨਾਂ 'ਚੋਂ ਕੋਈ ਨਹੀਂ। ਐਂਡ ਦਾ ਰਾਈਟ ਆਂਸਰ ਇਜ਼ ਸ਼ਿਵਾਂਗੀ ਸਿੰਘ। ਇਹ ਸ਼ਿਵਾਂਗੀ ਸਿੰਘ ਹੁਸ਼ਿਆਰਪੁਰ ਨੂੰ ਬਿਲੋਂਗ ਕਰਦੇ ਆ, ਪੰਜਾਬ ਨੂੰ, ਅਤੇ ਇਹਨਾਂ ਦੀ ਫੈਮਿਲੀ ਬੈਕਗਰਾਊਂਡ ਵੀ ਆਰਮੀ ਤੋਂ ਹੈ। ਇਹਨਾਂ ਨੇ ਆਪਦੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦੇ ਵਿੱਚ। ਇੰਡੀਅਨ ਆਰਮੀ ਦੇ ਵਿੱਚ ਇਹ ਕਮਿਸ਼ਨ ਹੋਏ ਸੀ ਮਾਰਚ 2017 ਦੇ ਵਿੱਚ। ਨੈਕਸਟ ਕੁਐਸਚਨ ਹੈ, ਓਲੰਪਿਕ ਬ੍ਰੌਂਜ਼ ਐਂਡ ਵਰਲਡ ਕੱਪ ਵਿਨਰ ਮਾਈਕਲ ਕਿੰਡੋ ਡਾਈਡ ਐਟ ਏਜ ਆਫ 73। ਤਾਂ ਮਾਈਕਲ ਕਿੰਡੋ ਕੌਣ ਸਨ? ਇੱਕ ਮਸ਼ਹੂਰ ਫੁੱਟਬਾਲ ਪਲੇਅਰ ਸਨ, ਹਾਕੀ ਪਲੇਅਰ ਸਨ, ਬੈਡਮਿੰਟਨ ਪਲੇਅਰ ਸਨ ਜਾਂ ਸਵਿਮਰ ਸਨ। ਤਾਂ ਰਾਈਟ ਆਂਸਰ ਇਜ਼ ਹਾਕੀ ਪਲੇਅਰ। ਇਹ ਵਰਲਡ ਕੱਪ ਦੇ ਵਿੱਚ ਵੀ ਟੀਮ ਦੇ ਵਿੱਚ ਸੀਗੇ ਅਤੇ ਜਿਹੜੀ ਓਲੰਪਿਕਸ ਦੇ ਵਿੱਚ ਬ੍ਰੌਂਜ਼ ਜਿੱਤੀ ਸੀ ਉਸ ਟੀਮ ਦੇ ਵਿੱਚ ਵੀ ਖੇਡੇ ਸੀ। ਨੈਕਸਟ ਕੁਐਸਚਨ ਹੈ, ਮਹਾਤਮਾ ਗਾਂਧੀ ਸਰਬੱਤ ਸਿਹਤ ਬੀਮਾ ਯੋਜਨਾ was launched in 2019 in Punjab cover health insurance up to। ਤਾਂ ਤੁਸੀਂ ਦੱਸਣਾ ਜਿਹੜੀ ਸਕੀਮ ਹੈ MGSSBY ਮਹਾਤਮਾ ਗਾਂਧੀ ਸਰਬੱਤ ਸਿਹਤ ਬੀਮਾ ਯੋਜਨਾ, ਇਹ ਕਿੰਨੇ ਲੱਖ ਤੱਕ ਦਾ ਜਿਹੜਾ ਇੰਸ਼ੋਰੈਂਸ ਕਵਰ ਕਰਦੀ ਹੈ ਹੈਲਥ ਇੰਸ਼ੋਰੈਂਸ? ਆਪਸ਼ਨ ਹੈ 5 ਲੱਖ, 2 ਲੱਖ, 1 ਲੱਖ ਜਾਂ 10 ਲੱਖ। ਐਂਡ ਦਾ ਰਾਈਟ ਆਂਸਰ ਇਜ਼ 5 ਲੱਖ। ਇਹ ਜੋ ਸੈਂਟਰ ਦੀਆਂ ਦੋ ਸਕੀਮਾਂ ਸੀ ਆਯੁਸ਼ਮਾਨ ਭਾਰਤ ਅਤੇ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ, ਉਹਨਾਂ ਦੋਨਾਂ ਨੂੰ ਮਿਕਸ ਕਰਕੇ ਇੱਕ ਯੋਜਨਾ ਬਣਾ ਦਿੱਤੀ ਗਈ ਸੀ। ਕੈਸ਼ਲੈਸ ਟਰੀਟਮੈਂਟ ਇਹਦੇ ਵਿੱਚ ਅਵੇਲੇਬਲ ਹੈ 5 ਲੱਖ ਤੱਕ ਦਾ। ਪਬਲਿਕ ਜਾਂ ਜਿਹੜੇ ਇੰਪੈਨਲਡ ਪ੍ਰਾਈਵੇਟ ਹੋਸਪੀਟਲ ਅਤੇ ਜਿਹੜੇ ਗੌਰਮੈਂਟ ਵੱਲੋਂ ਲਿਸਟ ਕੀਤੇ ਗਏ ਹੈ
ਉਹ ਪ੍ਰਾਈਵੇਟ ਹਸਪੀਟਲਸ ਤੇ ਸਾਰੇ ਗਵਰਨਮੈਂਟ ਹਸਪੀਟਲਸ ਦੇ ਵਿੱਚ 5 ਲੱਖ ਤੱਕ ਦਾ ਟ੍ਰੀਟਮੈਂਟ ਇਸ ਯੋਜਨਾ ਦੇ ਤਹਿਤ ਕਰਵਾਇਆ ਜਾ ਸਕਦਾ ਹੈ। ਤਕਰੀਬਨ 46 ਲੱਖ ਫੈਮਲੀਜ਼ ਨੂੰ ਇਹ ਕਵਰ ਕਰਦਾ ਪੰਜਾਬ ਦੇ ਵਿੱਚ, ਜੋ ਕਿ 76% ਪਾਪੂਲੇਸ਼ਨ ਕਵਰ ਹੁੰਦੀ ਹੈ ਇਸ ਸਕੀਮ ਦੇ ਅੰਡਰ। ਨੈਕਸਟ ਕੁਐਸਚਨ ਹੈ ਸ਼ਾਹਪੁਰ ਕੰਡੀ ਡੈਮ ਇਹ ਕਿਸ ਨਦੀ ਦੇ ਉੱਪਰ ਬਣਾਇਆ ਜਾ ਰਿਹਾ ਹੈ? ਪੰਜਾਬ ਦੇ ਵਿੱਚ ਇਹ ਰਾਵੀ ਨਦੀ ਦੇ ਉੱਪਰ ਬਣ ਰਿਹਾ ਹੈ। ਤਾਂ ਰੀਸੈਂਟਲੀ ਨਿਊਜ਼ ਦੇ ਵਿੱਚ ਕਿਉਂਕਿ 60% ਇਹਦਾ ਜਿਹੜਾ ਕੰਮ ਹੈ ਕੰਪਲੀਟ ਹੋਣ ਦੀ ਨਿਊਜ਼ ਆਈ ਹੈ ਤੇ ਉਮੀਦ ਹੈ ਕਿ ਇਹ 2022 ਤੱਕ ਬਣ ਕੇ ਪੂਰਾ ਹੋ ਜਾਏਗਾ। ਨੈਕਸਟ ਕੁਐਸਚਨ ਹੈ who has become appointed as chairman of railway board and CEO? ਤਾਂ ਰੇਲਵੇ ਜਿਹੜਾ ਬੋਰਡ ਹੈ ਉਹਦੇ ਚੇਅਰਮੈਨ ਕੌਣ ਨਿਯੁਕਤ ਕੀਤੇ ਗਏ ਹੈ ਤੇ CEO ਵੀ ਉਹੀ ਬਣੇ ਨੇ? ਆਨਸਰ ਹੈ ਸੁਨੀਤ ਸ਼ਰਮਾ। ਤਾਂ ਅਸੀਂ ਰਿਵਾਈਜ਼ ਕਰਦੇ ਹਾਂ ਅੱਜ ਦੀ ਇਸ ਕਰੰਟ ਅਫੇਅਰਸ ਦੀ ਐਕਸਰਸਾਈਜ਼ ਨੂੰ। ਪਹਿਲਾ ਕੁਐਸਚਨ ਹੈ ਇੰਡੀਆ ਆਇਲ ਲਾਂਚਿਸ ਨਿਊ ਫਿਊਲ ਨੇਮਡ XP100। ਤਾਂ ਇਹਦੇ ਵਿੱਚ 100 ਕੀ ਸਟੈਂਡ ਕਰਦਾ ਹੈ? 100 ਸਟੈਂਡ ਕਰਦਾ ਹੈ ਔਕਟੇਨ। ਔਕਟੇਨ ਵੈਲਿਊ ਕਿੰਨੀ ਹੈ? 100। ਨਾਰਮਲ ਜੋ ਆਪਣਾ ਪੈਟਰੋਲ ਹੁੰਦਾ ਉਹਦੀ ਮਿਨੀਮਮ ਔਕਟੇਨ ਵੈਲਿਊ ਐਟਲੀਸਟ ਹੋਊਗੀ ਜਿਹੜੀ ਉਹ 91 ਹੋਣੀ ਹੈ। ਇਹ ਜੋ 100 ਔਕਟੇਨ ਵਾਲਾ ਪੈਟਰੋਲ ਹੈ ਯੂਜ਼ ਕੀਤਾ ਜਾਂਦਾ ਲਗਜ਼ਰੀ ਕਾਰ ਜਾਂ ਬਾਈਕਸ ਦੇ ਵਿੱਚ। 1 ਦਸੰਬਰ 2020 ਨੂੰ ਇਹ ਲਾਂਚ ਕੀਤਾ ਗਿਆ ਸੀ। ਨੈਕਸਟ ਹੈ ਕੁਐਸਚਨ PM ਨਰਿੰਦਰ ਮੋਦੀ ਵੱਲੋਂ ਫਾਊਂਡੇਸ਼ਨ ਸਟੋਨ ਰੱਖਿਆ ਗਿਆ ਲਾਈਟ ਹਾਊਸ ਪ੍ਰੋਜੈਕਟ ਦਾ, ਤਾਂ ਇਹ ਕਿੰਨੀਆਂ ਸਟੇਟਸ ਨੂੰ ਕਵਰ ਕਰੇਗਾ? ਆਨਸਰ ਇਜ਼ 6। ਨੈਕਸਟ ਕੁਐਸਚਨ ਹੈ ਜਿਹੜਾ ਸਾਡਾ ਉਹ NCC ਡਿਜੀਟਲ ਫੋਰਮ ਲਾਂਚ ਕੀਤਾ ਗਿਆ ਡਿਫੈਂਸ ਸੈਕਟਰੀ ਵੱਲੋਂ। ਤਾਂ ਡਿਫੈਂਸ ਸੈਕਟਰੀ ਸਾਡੇ ਇੰਡੀਆ ਦੇ ਉਹਨਾਂ ਦਾ ਨਾਮ ਕੀ ਹੈ? ਆਨਸਰ ਹੈ ਅਜੇ ਕੁਮਾਰ। NCC ਦੇ ਜਿਹੜੇ ਹੈੱਡਕੁਆਟਰਸ ਹੈ ਨਿਊ ਦਿੱਲੀ ਦੇ ਵਿੱਚ ਹੈ। ਮੋਟੋ ਯੂਨਿਟੀ ਐਂਡ ਡਿਸਿਪਲਿਨ ਹੈ। ਡਾਇਰੈਕਟਰ ਜਨਰਲ ਦਾ ਨਾਮ ਹੈ ਜਿਹੜੇ ਉਹ ਹੈਗਾ ਲੈਫਟੀਨੈਂਟ ਜਨਰਲ ਰਾਜੀਵ ਚੋਪੜਾ। ਇੰਡੀਆ ਦੇ NSA ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਦੋਵਾਲ ਨੇ। ਨੈਕਸਟ ਕੁਐਸਚਨ ਹੈ ਕਿਹੜੇ ਫਾਈਨੈਂਸ਼ੀਅਲ ਇੰਸਟੀਟਿਊਟ ਨੇ ਜਾਂ ਬੈਂਕ ਨੇ ਟੌਪ ਕੀਤਾ 100 BFSI ਲਿਸਟ ਨੂੰ? ਤਾਂ ਇਹ ਲਿਸਟ ਨੂੰ ਟੌਪ ਕੀਤਾ ਹੈ HDFC ਬੈਂਕ ਨੇ। HDFC ਬੈਂਕ ਦੇ CEO ਕੌਣ ਨੇ? ਸ਼ਸ਼ੀਧਰਨ ਜਗਦੀਸ਼ਨ। ਹੈੱਡਕੁਆਟਰਸ ਨੇ ਮੁੰਬਈ ਦੇ ਵਿੱਚ। DRDO ਵੱਲੋਂ ਸਾਇੰਟਿਸਟ ਆਫ ਦਾ ਈਅਰ ਅਵਾਰਡ ਦਿੱਤਾ ਗਿਆ ਰੀਸੈਂਟਲੀ, ਤਾਂ ਇਹ ਕਿਹਨਾਂ ਨੂੰ ਦਿੱਤਾ ਗਿਆ? ਇਹ ਦਿੱਤਾ ਗਿਆ ਹੇਮੰਤ ਕੁਮਾਰ ਪਾਂਡੇ ਨੂੰ। ਉਹਨਾਂ ਨੇ ਜਿਹੜੀ ਫੁਲਵੈਰੀ ਹੁੰਦੀ ਹੈ ਉਹਦੀ ਦਵਾਈ ਇੱਕ ਬਣਾਈ ਹੈ, ਉਹਦੇ ਕਰਕੇ ਇਹ ਉਹਨਾਂ ਨੂੰ ਜਿਹੜਾ ਅਵਾਰਡ ਦਿੱਤਾ ਗਿਆ ਉਹਦੇ ਇਲਾਜ ਕਰਕੇ। ਤਾਂ ਇਹਨਾਂ ਨੇ ਹੋਰ ਵੀ ਕਈ ਜਿਹੜੀਆਂ ਹੈਗੀਆਂ ਹਰਬਲ ਮੈਡੀਸਿਨਸ ਬਣਾਈਆਂ ਨੇ ਤੇ ਜਿਹੜੀ ਇਹ ਫੁਲਵੈਰੀ ਵਾਲੀ ਦਵਾਈ ਇਹਦਾ ਨਾਂ ਹੈਗਾ ਲੂਕੋਸਕਿਨ। ਨੈਕਸਟ ਕੁਐਸਚਨ ਹੈ ਕਿਹੜੀ ਸਟੇਟ ਨੇ ਸੈਂਟਰ ਦੇ ਐਗਰੀਕਲਚਰ ਲਾਜ਼ ਹੈ ਉਹਨਾਂ ਦੇ ਅਗੇਂਸਟ ਰੈਜ਼ੋਲੂਸ਼ਨ ਪਾਸ ਕੀਤਾ ਹੈ 31 ਦਸੰਬਰ 2020 ਨੂੰ? ਤਾਂ ਇਹਦਾ ਸਹੀ ਜਵਾਬ ਹੈ ਜੀ ਕੇਰਲ। ਨੈਕਸਟ ਕੁਐਸਚਨ ਹੈ ਲੂਇਸ ਹੈਮਿਲਟਨ ਇਹਨਾਂ ਨੂੰ ਨਾਈਟਹੁੱਡ ਨਾਲ ਨਵਾਜਿਆ ਗਿਆ UK ਦੇ ਵਿੱਚ, ਤਾਂ ਇਹ ਕੌਣ ਹਨ? ਇਹ ਹਨ ਇੱਕ ਫਾਰਮੂਲਾ 1 ਰੇਸ ਡਰਾਈਵਰ। ਫਾਰਮੂਲਾ 1 ਚੈਂਪੀਅਨਸ਼ਿਪ ਜਿੱਤਣ ਵਾਲੇ 7 ਵਾਰੀ ਇਹਨਾਂ ਨੇ ਜਿੱਤੀ ਹੈ। ਹੈਮਿਲਟਨ ਨੇ ਮਾਈਕਲ ਸ਼ੂਮਾਕਰ ਦਾ ਵੀ ਰਿਕਾਰਡ ਤੋੜਿਆ। ਉਹਨਾਂ ਨੇ 91 ਟਾਈਮਸ ਜਿਹੜੇ ਚੈਂਪੀਅਨਸ਼ਿਪਸ ਜਿੱਤੀਆਂ ਸੀ, ਇਹਨਾਂ ਨੇ 95 ਜਿੱਤ ਲਈਆਂ। ਜਿਹੜੀ ਨਾਈਟਹੁੱਡ ਹੈ ਜਾਂ ਡੇਮਹੁੱਡ ਹੈ ਉਹ ਦਿੱਤੀ ਜਾਂਦੀ ਹੈ ਕੁਈਨ ਆਫ ਇੰਗਲੈਂਡ ਵੱਲੋਂ। ਉਹ ਜਿਹੜੇ ਬੰਦੇ ਨੂੰ ਨਾਈਟਹੁੱਡ ਦੇਣੀ ਹੁੰਦੀ ਹੈ ਉਹਦੇ ਸਿਰ ਦੇ ਉੱਤੇ ਤਲਵਾਰ ਟੱਚ ਕਰਕੇ। ਨੈਕਸਟ ਕੁਐਸਚਨ ਹੈ ਜਿਹੜਾ ਰਾਫੇਲ ਫਾਈਟਰ ਜੈਟਸ ਦਾ ਇੰਡੀਆ ਤੇ ਫਰਾਂਸ ਦੇ ਵਿਚਾਲੇ ਇੱਕ ਵਾਰ ਗੇਮ ਐਕਸਰਸਾਈਜ਼ ਹੋਣੀ ਹੈ। ਮਤਲਬ ਇੱਕ ਇੰਡੀਅਨ ਆਰਮੀ, ਇੰਡੀਅਨ ਨੇਵੀ ਤੇ ਇੰਡੀਅਨ ਏਅਰ ਫੋਰਸ ਟਾਈਮ ਟੂ ਟਾਈਮ ਐਕਸਰਸਾਈਜ਼ ਕਰਦੀਆਂ ਰਹਿੰਦੀਆਂ। ਇਹ ਬੇਸਿਕਲੀ ਡਮੀ ਜੋ ਵੈਪਨ ਹੁੰਦੇ ਆ ਉਹਨਾਂ ਨਾਲ ਜਾਂ ਸਿਮੂਲੇਟਰਸ ਨਾਲ ਪ੍ਰੈਕਟਿਸ ਕਰਦੇ ਰਹਿੰਦੇ ਆ। ਜਿਹੜੇ ਫਾਈਟਰ ਪਲੇਨਸ ਹੁੰਦੇ ਆ ਉਹਨਾਂ ਦੇ ਵਿੱਚ ਆਪਣੇ ਜਿਹੜੇ ਪਾਇਲਟਸ ਹੁੰਦੇ ਆ ਜਾਂ ਜਿਹੜੇ ਹੋਰ ਆਰਮੀ ਪਰਸਨਲ ਹੁੰਦੇ ਆ, ਤਾਂ ਕਿ ਜੇ ਕੋਈ ਲੜਾਈ ਲੱਗਦੀ ਹੈ ਤਾਂ ਉਹ ਤਿਆਰ ਰਹਿਣ ਉਹਦੇ ਵਾਸਤੇ। ਇਹ ਜੋ ਐਕਸਰਸਾਈਜ਼ ਹੋਣੀ ਹੈ ਇੰਡੀਆ ਤੇ ਫਰਾਂਸ ਦੇ ਵਿਚਾਲੇ, ਇਹਦਾ ਨਾਂ ਰੱਖਿਆ ਗਿਆ ਸਕਾਈ ਰੋਜ਼। ਇਹ ਜੋਧਪੁਰ ਦੇ ਵਿੱਚ ਹੋਣੀ ਹੈ ਜਨਵਰੀ ਦੇ ਤੀਜੇ ਵੀਕ 2021 ਦੇ। ਤੇ ਜਿਹੜੇ ਰਾਫੇਲ ਇੰਡੀਆ ਨੂੰ ਡਿਲੀਵਰ ਹੋਣੇ ਹੈ ਉਹ ਲਾਸਟ ਰਾਫੇਲ ਹੈ 2022 ਤੱਕ ਡਿਲੀਵਰ ਹੋਣ ਦੀ ਉਮੀਦ ਹੈ। ਨੈਕਸਟ ਕੁਐਸਚਨ ਹੈ ਏਮਸ ਦਾ ਫਾਊਂਡੇਸ਼ਨ ਸਟੋਨ ਰੱਖਿਆ ਗੁਜਰਾਤ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ, ਤਾਂ ਇਹ ਕਿਹੜੇ ਸ਼ਹਿਰ ਦੇ ਵਿੱਚ ਰੱਖਿਆ ਗਿਆ? ਤਾਂ ਇਹਦਾ ਆਨਸਰ ਹੈ ਜੀ ਰਾਜਕੋਟ। ਇਹ ਤੇ ਉਮੀਦ 1195 ਕਰੋੜ ਰੁਪਇਆ ਖਰਚ ਹੋਣ ਦੀ ਹੈ। ਨੈਕਸਟ ਕੁਐਸਚਨ ਹੈ ਕਿ ਉਹ ਕਿਹੜੀ ਪਹਿਲੇ ਵੀਮੈਨ ਫਾਈਟਰ ਪਾਇਲਟ ਹੈ ਜਿਨ੍ਹਾਂ ਨੇ ਰਫਾਲ ਨੂੰ
ਉਡਾਇਆ ਹੈ? ਤਾਂ ਤੁਹਾਡੇ ਕੋਲ ਆਪਸ਼ਨਸ ਹੈ ਭਾਵਨਾ ਕਾਂਤ, ਅਵਾਨੀ ਚਤੁਰਵੇਦੀ, ਸ਼ਿਵਾਂਗੀ ਸਿੰਘ, ਨਨ ਆਫ ਥੀਸ। ਆਂਸਰ ਇਜ਼ ਸ਼ਿਵਾਂਗੀ ਸਿੰਘ। ਇਹ ਪੰਜਾਬ ਤੋਂ ਬਿਲੋਂਗ ਕਰਦੇ ਨੇ, ਆਰਮੀ ਬੈਕਗਰਾਊਂਡ ਤੋਂ ਨੇ, ਗ੍ਰੈਜੂਏਸ਼ਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦੇ ਵਿੱਚ ਕੀਤੀ ਹੈ। ਇਹ ਆਰਮੀ ਦੇ ਵਿੱਚ ਮਾਰਚ 2017 ਦੇ ਵਿੱਚ ਕਮਿਸ਼ਨ ਹੋਈ ਸੀ। ਨੈਕਸਟ ਕੁਐਸਚਨ ਹੈ 올림픽 ਬ੍ਰੌਂਜ਼ ਐਂਡ ਵਰਲਡ ਕੱਪ ਵਿਨਰ ਮਾਈਕਲ ਕੇਂਡੋ died at the age of 73. He was a famous hockey player. ਨੈਕਸਟ ਕੁਐਸਚਨ ਹੈ ਜੀ ਮਹਾਤਮਾ ਗਾਂਧੀ ਸਰਬੱਤ ਸਿਹਤ ਬੀਮਾ ਯੋਜਨਾ ਜਿਹੜੀ ਪੰਜਾਬ ਸਰਕਾਰ ਵੱਲੋਂ ਲਾਂਚ ਕੀਤੀ ਗਈ ਸੀ 2019 ਦੇ ਵਿੱਚ ਹੈਲਥ ਇੰਸ਼ੋਰੈਂਸ ਕਵਰ ਪ੍ਰੋਵਾਈਡ ਕਰਦੀ ਹੈ, ਤਾਂ ਅਮਾਊਂਟ ਦੱਸਣੀ ਹੈ। ਇਹ ਕਵਰ ਕਰਦੀ ਹੈ 5 ਲੱਖ ਤੱਕ ਦਾ ਇੰਸ਼ੋਰੈਂਸ। ਨੈਕਸਟ ਕੁਐਸਚਨ ਹੈ ਸ਼ਾਹਪੁਰ ਕੰਡੀ ਡੈਮ ਹੈ ਜਿਹੜਾ ਇਹ ਕਿਸ ਨਦੀ ਦੇ ਉੱਤੇ ਬਣ ਰਿਹਾ ਹੈ? ਇਹ ਬਣ ਰਿਹਾ ਜੀ ਰਾਵੀ ਨਦੀ ਦੇ ਉੱਤੇ। 60% ਇਹਦਾ ਕੰਮ ਪੂਰਾ ਹੋ ਚੁੱਕਿਆ 2020 ਦੇ ਯਾਨੀ ਕਿ ਕੱਲ ਤੱਕ। ਨੈਕਸਟ ਕੁਐਸਚਨ ਹੈ ਰੇਲਵੇ ਬੋਰਡ ਦੇ ਨਵੇਂ ਚੇਅਰਮੈਨ ਤੇ CEO ਕੌਣ ਬਣੇ ਨੇ? ਆਨਸਰ ਹੈ ਜੀ ਸੁਨੀਤ ਸ਼ਰਮਾ। ਸੋ ਦੋਸਤੋ ਇਹ ਸੀ ਸਾਡੇ ਅੱਜ ਦੇ ਕਰੰਟ ਅਫੇਅਰਸ। ਤੋਂ ਹੁਣ ਆਪਾਂ ਕਰੀਏ ਕੱਲ ਦੇ ਜੋ ਕਰੰਟ ਅਫੇਅਰਸ, ਉਹਨਾਂ ਦੇ ਵਿੱਚੋਂ ਇੱਕ ਓਰਲ ਕੁਇਜ਼। ਤਾਂ ਇੱਕ ਤਰ੍ਹਾਂ ਦਾ ਟੈਸਟ ਹੈ, ਬੈਸਟ ਆਫ ਲੱਕ ਫॉर ਦਾ ਟੈਸਟ। ਪਹਿਲਾ ਕੁਐਸਚਨ ਹੈ ਤੁਸੀਂ ਉਹ ਜਰਨਲਿਸਟ ਦਾ ਨਾਮ ਦੱਸਣਾ ਹੈ ਚਾਈਨਾ ਤੋਂ ਜਿਨ੍ਹਾਂ ਨੂੰ 4 ਸਾਲ ਦੀ ਕੈਦ ਹੋਈ ਹੈ, 4 ਸਾਲ ਦੀ ਸਜ਼ਾ ਹੋਈ ਹੈ। ਉਹਨਾਂ ਦਾ ਗੁਨਾਹ ਇਹ ਸੀ ਕਿ ਉਹਨਾਂ ਨੇ ਵੁਹਾਨ ਸ਼ਹਿਰ ਦੇ ਵਿੱਚ ਜਾ ਕੇ ਰਿਪੋਰਟਿੰਗ ਕੀਤੀ ਸੀ ਕੋਵਿਡ ਬਾਰੇ। ਟਵਿੱਟਰ ਦੇ ਉੱਤੇ ਤੇ YouTube ਦੇ ਉੱਤੇ ਉਹਨਾਂ ਨੇ ਵੀਡੀਓਜ਼ ਪਾਈਆਂ ਸੀ। ਇਸ ਚੱਕਰ ਦੇ ਵਿੱਚ ਪੁਲਿਸ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਸੀ। ਕਾਫੀ ਟਾਈਮ ਉਹਨਾਂ ਨੂੰ ਅਰੈਸਟ ਦੇ ਵਿੱਚ ਰੱਖਿਆ ਬਿਨਾਂ ਕਿਸੇ ਕੇਸ ਚਲਾਏ ਤੋਂ ਜਾਂ ਬਿਨਾਂ ਕਿਸੇ ਵਜ੍ਹਾ ਤੋਂ, ਜਿਹਦੇ ਕਾਰਨ ਉਹਨਾਂ ਨੇ ਹੰਗਰ ਸਟ੍ਰਾਈਕ ਵੀ ਕੀਤੀ ਤੇ ਸਾਇਲੈਂਟ ਪ੍ਰੋਟੈਸਟ ਵੀ ਕੀਤਾ। ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਸਜ਼ਾ ਹੋਈ ਹੈ। ਤਾਂ ਉਹਨਾਂ ਦਾ ਨਾਮ ਹੈ ਜੈਂਗ ਜੈਨ। ਨੈਕਸਟ ਹੈ ਜਿਹੜਾ ਇੱਕ ਐਪ ਲਾਂਚ ਕੀਤੀ ਗਈ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ, ਜਿਹੜੇ ਕੋਵਿਡ ਦੇ ਇੰਜੈਕਸ਼ਨ ਹੈ ਉਹਨਾਂ ਵਾਸਤੇ ਵਲੰਟੀਅਰਸ ਨੂੰ ਰਜਿਸਟਰ ਕਰਨ ਵਾਸਤੇ, ਜਿੱਥੋਂ ਤੁਹਾਨੂੰ ਡੇਟ ਤੇ ਟਾਈਮ ਪਤਾ ਲੱਗਦਾ। ਤਾਂ ਉਸ ਐਪ ਦਾ ਨਾਂ ਕੀ ਹੈ? ਇਸ ਐਪ ਦਾ ਨਾਮ ਤੁਸੀਂ ਕਮੈਂਟ ਦੇ ਵਿੱਚ ਨੀਚੇ ਲਿਖਣਾ ਹੈ। ਸੋ ਇਹਦਾ ਆਨਸਰ ਹੈ ਜੋ ਰਾਈਟ ਆਨਸਰ ਹੈ ਉਹ ਹੈ ਕੋਵਿਨ। ਨੈਕਸਟ ਕੁਐਸਚਨ ਹੈ ਇੱਕ ਸੀਨੀਅਰ ਆਫਿਸਰ ਇੰਡੀਆ ਤੇ ਪਾਕਿਸਤਾਨ ਲੜਾਈ ਦੇ ਵਿੱਚ 1947-48 ਵਾਲੀ ਦੇ ਵਿੱਚ ਸ਼ਹੀਦ ਹੋਏ ਸੀ, ਉਹਨਾਂ ਦਾ ਨਾਮ? ਇਹਨਾਂ ਦਾ ਨਾਮ ਹੈ ਜੀ ਬ੍ਰਿਗੇਡੀਅਰ ਮੁਹੰਮਦ ਉਸਮਾਨ। ਇਹ ਨਿਊਜ਼ ਦੇ ਵਿੱਚ ਨੇ ਕਿਉਂਕਿ ਇਹਨਾਂ ਦੀ ਜਿਹੜੀ ਕਵਰ ਸੀ ਉਹ ਡੈਮੇਜ ਕੀਤੀ ਗਈ ਸੀ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ। ਬਟ ਜਦੋਂ ਹੀ ਇਹ ਨਿਊਜ਼ ਦੇ ਵਿੱਚ ਆਇਆ ਤਾਂ ਜਿਹੜੀ ਇੰਡੀਅਨ ਆਰਮੀ ਹੈ ਉਹਨਾਂ ਨੇ ਨਾਲ ਦੀ ਨਾਲ ਇਹਦੀ ਮੁਰੰਮਤ ਕਰਕੇ ਇਹਨੂੰ ਬਿਲਕੁਲ ਸਹੀ ਕਰ ਦਿੱਤਾ ਹੈ। ਇਹ ਅੱਜ ਦੀ ਨਿਊਜ਼ ਦੇ ਵਿੱਚ ਹੈ, ਇਹਨੂੰ ਸਹੀ ਵੀ ਕਰ ਦਿੱਤਾ ਗਿਆ ਹੈ। ਨੈਕਸਟ ਕੁਐਸਚਨ ਹੈ ਰੀਸੈਂਟਲੀ 136ਵਾਂ ਸਥਾਪਨਾ ਦਿਵਸ ਮਨਾਇਆ ਗਿਆ ਇੰਡੀਅਨ ਨੈਸ਼ਨਲ ਕਾਂਗਰਸ ਦਾ। ਤਾਂ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਹੈ ਇਹ ਕਿਸ ਦਿਨ ਸਥਾਪਿਤ ਹੋਈ ਸੀ? ਕਿਸ ਦਿਨ ਇਹਦਾ ਫਾਊਂਡੇਸ਼ਨ ਸਟੋਨ ਰੱਖਿਆ ਗਿਆ ਸੀ? ਐਂਡ ਦਾ ਰਾਈਟ ਆਨਸਰ ਇਜ਼ 28 ਦਸੰਬਰ 1885। ਨੈਕਸਟ ਕੁਐਸਚਨ ਹੈ ਰੋਹਿੰਗਿਆ ਰਿਫਿਊਜੀਜ਼ ਨੂੰ ਜਿਹੜਾ ਬੰਗਲਾਦੇਸ਼ ਦੇ ਵਿੱਚ ਇੱਕ ਆਈਲੈਂਡ ਦੇ ਉੱਤੇ ਸ਼ਿਫਟ ਕੀਤਾ ਜਾ ਰਿਹਾ ਹੈ, ਤਾਂ ਉਸ ਆਈਲੈਂਡ ਦਾ ਨਾਂ ਕੀ ਹੈ? ਉਸ ਆਈਲੈਂਡ ਦਾ ਨਾਂ ਤੁਸੀਂ ਨੀਚੇ ਕਮੈਂਟ ਬਾਕਸ ਦੇ ਵਿੱਚ ਪਲੀਜ਼ ਕਮੈਂਟ ਕਰੋ। ਤੇ ਇਹਦੇ ਵਿੱਚ ਤੁਹਾਨੂੰ ਮੈਂ ਥੋੜ੍ਹੀ ਜਿਹੀ ਇੱਕ ਹੋਰ ਗੱਲ ਦੱਸਦੀ ਹਾਂ। ਇਹ ਜਿਹੜਾ ਆਈਲੈਂਡ ਹੈ ਨਾ ਪਹਿਲਾਂ ਰਹਿਣ ਦੇ ਲਾਇਕ ਨਹੀਂ ਸੀ। ਹੁਣ ਸਰਕਾਰ ਨੇ ਕੀ ਕੀਤਾ ਵੀ ਇੱਥੇ ਬੈਰੀਗੇਡਿੰਗ ਕੀਤੀ ਹੈ, ਫਲੱਡ ਗੇਟਸ ਵਗੈਰਾ ਬਣਾਏ ਆ ਤਾਂ ਕਿ ਇੱਥੇ ਬਾਰਿਸ਼ ਦੇ ਪਾਣੀ ਨਾਲ ਫਲੱਡਿੰਗ ਨਾ ਹੋਵੇ। ਇਸ ਕਰਕੇ ਪਹਿਲਾਂ ਇੱਥੇ ਹੈਬਿਟੇਸ਼ਨ ਨਹੀਂ ਸੀ। ਪਿਛਲੇ 10 ਕੁ ਸਾਲਾਂ ਤੋਂ ਇੱਥੇ ਡਿਵੈਲਪਮੈਂਟ ਸ਼ੁਰੂ ਹੋਈ ਸੀ। ਤਾਂ ਇਹਦਾ ਰਾਈਟ ਆਨਸਰ ਹੈ ਜੀ ਵਾਸ਼ਾਨ 4। ਨੈਕਸਟ ਹੈ ਇੰਡੀਅਨ ਨੈਸ਼ਨਲ ਸੈਂਟਰ ਫॉर ਓਸ਼ੀਅਨਿਕ ਇਨਫੋਰਮੇਸ਼ਨ ਸਰਵਿਸਿਜ਼ ਵੱਲੋਂ ਇੱਕ ਇਨੀਸ਼ੀਏਟਿਵ ਲਾਂਚ ਕੀਤਾ ਗਿਆ ਹੈ ਬੈਟਰ ਅੰਡਰਸਟੈਂਡਿੰਗ ਆਫ ਓਸ਼ੀਅਨਸ। ਜਿਹੜੇ ਸਾਗਰ ਹੈ ਉਹਨਾਂ ਦੀ ਬਿਹਤਰ ਸਮਝਦਾਰੀ ਵਾਸਤੇ ਇੱਕ ਇਨੀਸ਼ੀਏਟਿਵ ਲਾਂਚ ਕੀਤਾ ਗਿਆ। ਇਨੀਸ਼ੀਏਟਿਵ ਦਾ ਨਾਮ ਹੈ ਜੀ ਡਿਜੀਟਲ ਓਸ਼ੀਅਨ। ਨੈਕਸਟ ਕੁਐਸਚਨ ਹੈ ਜੀ ਮਿਨਿਸਟਰੀ ਆਫ ਇਨਵਾਇਰਨਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ ਰੀਸੈਂਟਲੀ ਡਿਕਲੇਅਰਡ 121 ਵਿਲੇजेस ਆਫ ਨਰਮਦਾ ਡਿਸਟ੍ਰਿਕਟ ਐਜ਼ ਇਕੋ ਸੈਂਸਿਟਿਵ ਜ਼ੋਨ। ਤਾਂ ਇਹ ਕਿਹੜੀ ਸਟੇਟ ਦੇ ਵਿੱਚ ਹੈ? ਇਹ ਸਾਨੂੰ ਪਤਾ ਲੱਗਦਾ ਹੈ ਨਰਮਦਾ ਡਿਸਟ੍ਰਿਕਟ ਕਿੱਥੇ ਹੈ? ਗੁਜਰਾਤ ਦੇ ਵਿੱਚ। ਤੇ ਇਹਦਾ ਵਿਰੋਧ ਕਾਫੀ ਜ਼ਿਆਦਾ ਹੋ ਰਿਹਾ ਉੱਥੋਂ ਦੇ ਲੋਕਲ ਲੋਕਾਂ ਵੱਲੋਂ। ਨੈਕਸਟ ਹੈ ਜਿਹੜਾ ਅਕੋਰਡਿੰਗ ਟੂ ਗਵਰਨਮੈਂਟ ਡਾਟਾ ਏਅਰ ਇੰਡੀਆ ਜਿਹੜਾ ਗਰੁੱਪ ਹੈ ਉਹਨੇ ਪੈਂਡੈਮਿਕ ਦੇ ਵਿੱਚ ਜਿਹੜਾ ਵੰਦੇ ਭਾਰਤ ਮਿਸ਼ਨ ਸੀ ਉਹਦੇ ਵਿੱਚ ਕਿੰਨੇ % ਜਿਹੜੀਆਂ ਟੋਟਲ ਫਲਾਈਟਸ ਇਸ ਗਰੁੱਪ ਦੀਆਂ ਸੀਗੀਆਂ? ਤਾਂ ਉਹ ਸੀ ਜੀ ਕਰੀਬ 93%।
10 ਲੱਖ ਬੰਦਿਆਂ ਨੂੰ ਇਸ ਮਿਸ਼ਨ ਦੇ ਤਹਿਤ ਮੂਵ ਕੀਤਾ ਗਿਆ। ਨੈਕਸਟ ਕੁਐਸਚਨ ਹੈ ਪਲੇਅਰ ਆਫ ਦਾ ਸੈਂਚੁਰੀ ਅਵਾਰਡ ਕਿਹਨੂੰ ਮਿਲਿਆ 2020-21 ਦਾ? ਤਾਂ ਰਾਈਟ ਆਂਸਰ ਹੈ ਜੋ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਨੀਚੇ ਕਮੈਂਟ ਕਰੋ। ਇਹਦੇ ਵਿੱਚ ਹੋਰ ਮੈਂ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਐਡ ਕਰਦੇ ਹਾਂ। ਗਲੋਬ ਸੌਕਰ ਅਵਾਰਡਸ, ਇਹਨਾਂ ਅਵਾਰਡਸ ਦਾ ਨਾਂ ਹੈ, ਇਹ ਦੁਬਈ ਦੇ ਵਿੱਚ ਇਸ ਵਾਰ ਹੋਏ ਨੇ ਤੇ ਜੋ ਪਲੇਅਰ ਨੇ ਇਹ ਪੁਰਤਗਾਲ ਨਾਲ ਸੰਬੰਧ ਰੱਖਦੇ ਨੇ ਤਾਂ ਆਂਸਰ ਹੈ ਜੀ ਕ੍ਰਿਸਟੀਨੋ ਰੋਨਾਲਡੋ। ਤਾਂ ਦੋਸਤੋ ਇਹ ਸੀ ਸਾਡਾ ਅੱਜ ਦਾ ਕਰੰਟ ਅਫੇਅਰਸ ਦਾ ਸਾਰਾ ਕਾਰਿਕ੍ਰਮ। ਪਹਿਲਾਂ ਆਪਾਂ ਕਰੰਟ ਅਫੇਅਰਸ ਕੀਤੇ, ਫਿਰ ਉਹੀ ਰਿਵਾਈਜ਼ ਕੀਤੇ, ਫਿਰ ਅਸੀਂ ਇੱਕ ਔਰਲ ਟੈਸਟ ਆਰਗੇਨਾਈਜ਼ ਕਰਵਾਇਆ ਤੇ ਅਸੀਂ ਇੱਕ ਹਰ ਰੋਜ਼ ਸ਼ਾਮ ਨੂੰ 8:30 ਵਜੇ ਆਪਣੇ ਗਰੁੱਪ ਦੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਪਾਉਣੇ ਆ। ਜੇ ਤੁਸੀਂ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ ਤਾਂ ਆਪਣੇ ਮੋਬਾਈਲ ਤੋਂ QR ਕੋਡ ਨੂੰ ਸਕੈਨ ਕਰ ਲਓ ਜਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ, ਉਹ ਲਿੰਕ ਤੋਂ ਜਾ ਕੇ ਤੁਸੀਂ ਇਸ ਗਰੁੱਪ ਨੂੰ ਜੁਆਇਨ ਕਰ ਲਓ ਤੇ ਜੇ ਤੁਸੀਂ ਇਸ ਗਰੁੱਪ ਨੂੰ ਜੁਆਇਨ ਕਰ ਲਿਆ ਤਾਂ ਤੁਸੀਂ ਉਹ ਕੁਇਜ਼ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਹੋ। ਸੋ ਬੈਸਟ ਆਫ ਲੱਕ ਇਹ ਕਹਿ ਕੇ ਅੱਜ ਦਾ ਜਿਹੜਾ ਆਪਣਾ ਪ੍ਰੋਗਰਾਮ ਹੈ ਇਹ ਕਰਦੇ ਹਾਂ ਸਮਾਪਤ। ਥੈਂਕ ਯੂ, ਗੋਡ ਬਲੈਸ ਯੂ।